ਜਿਹਨੂੰ ਤੂੰ ਕਤਲ ਕੀਤਾ ਇਕਰਾ ਨੂੰ, ਛੋਟੀ ਬੱਚੀ ਨੂੰ 3 ਸਾਲਾਂ ਨੂੰ, ਇਹ ਕਿਤਵੇਂ ਨੰਬਰ ਤੇ? ਪਹਿਲੀ ਬੱਚੀ, ਦੂਸਰੀ ਹੈ, ਤੀਸਰੀ ਹੈ? ਇਹ ਦੂਸਰੀ ਸੀ। ਦੂਸਰੀ ਸੀ। ਇਹਨੂੰ ਸੁਣਿਆ ਹੈ ਕਿ ਪਹਿਲੇ ਵੀ ਤੂੰ ਕੁਛ 6 ਮਾਹ ਪਹਿਲੇ ਵੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। नहीं जी, पहले तो आप पे बच्चा ना खटली मरवाने खट के चली बाद गई ये थी। बच्ची को उठा के लेके गई और इसने स्विमिंग पूल में उसमें फेंक दिया। और इसने कहा कि मैंने ये कहा कि या तो मैं कहूँगी कि वो छुरा मार ग्रुप बच्ची को उठा के ले गया और उन्होंने मार दिया। नाज़रीन 42 HGTV के साथ मैं हूं आपका मेज़बान मलक खुर्रम शहदार। नाज़रीन, थाना कंगनपुर में 704/22 मुकदमा नंबर दर्ज होता है 6/11/2022 को, जिसमें जुबैदा और सैमा बीबी ने अपनी ही सगी बेटी अपने ही वतन में, जिसे उसने 9 माह रखा, 3 साला मासूम इकरा बीबी को बेदर्दी के साथ गला दबा के कत्ल करने के बाद, ये जो मेरे अकब में आप देख सकते हैं, ये पानी का तालाब जहां पर लाकर फेंक देती है और ढूंढ जाती है कि मेरी बेटी को रात को चोर आए थे जो उसे उठाकर ले गए, और उसके बाद छुरा गैंग जो चोर आए थे उन्होंने मेरी बेटी को बेदर्दी के साथ कत्ल कर दिया। सैमा बीबी ने खुद ही अपनी 3 साला मासूम हवा की बेटी इकरा बीबी को बेदर्दी के साथ कत्ल कर दिया। इस वक्त वो थाना कंगनपुर में मौजूद है। अब हम थाना कंगनपुर चलेंगे और उस सफाक कातला से भी बात करेंगे और SHO साहब से भी बात करेंगे कि उसने इस सफाक मुलजमा को कैसे गिरफ्तार किया और अभी तक उसने क्या इतराफ़ जुर्म किया। कि हम सारी कहानी थाना कंगनपुर में जाके आपको बाकी तफसील से बताएंगे। जी, मेरे साथ वो सफाक मुलजमा मौजूद हैं जिसने नन्ही सी 3 साला अपने ही 9 माह वतन में रखने वाली बेटी को बेदर्दी के साथ कत्ल किया। उनसे जानते हैं कि उसने ऐसा क्यों किया। अस्सलाम वालेकुम। वालेकुम सलाम। क्या नाम है आपका? सहमा। सैमा या जुबैदा? जुबैदा ना, जुबैदा भी है। जुबैदा उर्फ सैमा बीबी। दो में मेरे नाम के। कितनी देर होगी आपकी शादी को? होगा 7 साल। 7 साल हो गए ने तेरी शादी नू। ते किन्ने बच्चे किन्ने ने तेरे? 3। 3 बच्चे ने। हाँ जी। बच्चे ने या बच्चियां ने तीनों? बच्चियां ने। ਤੇ ਜਿਹੜੀ ਇਹ ਇਕਰਾ ਬੀਬੀ ਹੈ ਜਿਹਨੂੰ ਤੂੰ ਕਤਲ ਕੀਤਾ, ਇਕਰਾ ਨੂੰ, ਛੋਟੀ ਬੱਚੀ ਨੂੰ 3 ਸਾਲਾਂ ਨੂੰ, ਇਹ ਕਿਤਵੇਂ ਨੰਬਰ ਤੇ? ਪਹਿਲੀ ਬੱਚੀ, ਦੂਸਰੀ ਹੈ, ਤੀਸਰੀ ਹੈ? ਇਹ ਦੂਸਰੀ ਸੀ। ਦੂਸਰੀ ਸੀ। ਇਹਨੂੰ ਸੁਣਿਆ ਹੈ ਕਿ ਪਹਿਲੇ ਵੀ ਤੂੰ ਕੁਛ 6 ਮਾਹ ਪਹਿਲੇ ਵੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। नहीं जी, पहले तो आप पे बच्चा ना खटली खट चली गई थी। ਇਹ ਤਾਂ ਹੁਣ ਵੀ ਤੁਸੀਂ ਕਿਹਾ ਸੀ ਕਿ ਰਾਤ ਡਾਕੂ ਆਏ ਨੇ ਤੇ ਉਹ ਲੈ ਗਏ ਨੇ, ਚੁਰਾ ਗੈਂਗ ਆਇਆ ਹੈ, ਉਹ ਲੈ ਕੇ ਚਲਾ ਗਿਆ। ਪਹਿਲੇ ਬਿਆਨ ਤਾਂ ਤੁਹਾਡੇ ਇਹੋ ਹੀ ਸੀ। ਤੇ ਇਹ ਪਹਿਲੇ ਵੀ ਐਵੇਂ ਜਿਵੇਂ ਤੁਸੀਂ ਹੁਣ ਝੂਠ ਬੋਲਿਆ, ਪਹਿਲੇ ਵੀ ਐਵੇਂ ਮਤਲਬ ਝੂਠ ਸੀ? हाँ जी। ਪਹਿਲੇ ਵੀ ਖੁਦ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨਾ? हाँ जी। ਕਿਉਂ ਮਾਰਨ ਦੀ ਕੋਸ਼ਿਸ਼ ਕੀਤੀ? ਵਜ੍ਹਾ ਕੀ? बस हमें चाची गुस्सा आ गया थी। ਗੁੱਸਾ ਆ ਗਿਆ ਸੀ। ਇਹ ਕਿਹੜਾ ਗੁੱਸਾ ਹੈ ਕਿ ਇੱਕ ਮਾਂ 9 ਮਾਹ ਤੋਂ ਉਹਨੂੰ ਆਪਣੇ ਵਤਨ 'ਚ ਰੱਖਿਆ, ਆਪਣੇ ਪੇਟ 'ਚ ਰੱਖਿਆ ਹੈ, ਔਰ 9 ਮਾਹ ਤੋਂ ਬਾਅਦ ਉਹਦੀ 3 ਸਾਲ ਪਰਵਰਿਸ਼ ਵੀ ਕੀਤੀ। ਕੀ ਐਸੀ ਉਹਦੇ 'ਚ ਵਜ੍ਹਾ ਸੀ ਕਿ ਤੂੰ ਉਹਨੂੰ ਹੀ ਮਾਰਨਾ ਸੀ? ਬੋਲੋ ਨਾ, ਕੀ ਵਜ੍ਹਾ ਸੀ ਐਸੀ? बस हमें ही गुस्सा आ गया था चाची। ਗੁੱਸਾ ਸਿਰਫ ਉਹ ਬੱਚੀ ਤੇ ਤੈਨੂੰ ਬਾਰ-ਬਾਰ ਗੁੱਸਾ ਆਉਂਦਾ ਸੀ? ਆਖਰ ਕੋਈ ਤਾਂ ਐਸੀ ਵਜ੍ਹਾ ਹੁੰਦੀ ਹੈ। ਕਿਉਂ ਉਹ ਤੇਰੀ ਆਪਣੀ ਬੱਚੀ ਨਹੀਂ ਸੀ? अपनी से थी जी। ਆਪਣੀ ਸੀ ਨਾ। ਉਹਨੂੰ 9 ਮਾਹ ਪੇਟ 'ਚ ਰੱਖਿਆ ਤੇ ਕਿਉਂ ਇੰਨਾ ਜ਼ੁਲਮ ਕੀਤਾ? ਸ਼ਾਦੀ ਨੂੰ ਕਿੰਨੀ ਦੇਰ ਹੋ ਗਈ? 7 ਸਾਲ। हाँ जी। ਤੇ ਤੇਰੇ ਜਿਹੜਾ ਮੀਆਂ ਹੈ ਵਾਰਿਸ, ਉਹਦੇ ਨਾਲ ਤੇਰਾ ਕਿਸ ਤਰ੍ਹਾਂ ਦਾ ਤਾਲੁਕ ਸੀ? ਠੀਕ ਸੀ ਜਾਂ ਉਹ ਵੀ ਲੜਦਾ ਰਹਿੰਦਾ ਸੀ? ओए जिस लड़ता ही रहता से। ਉਹ ਲੜਦਾ ਰਹਿੰਦਾ ਸੀ, ਤੂੰ ਨਹੀਂ ਸਾ ਲੜਦੀ ਉਹਦੇ ਨਾਲ? बस लड़ते थे। ਜਿਹੜਾ 6 ਮਾਹ ਪਹਿਲੇ ਜਦੋਂ ਤੂੰ ਇਹਨੂੰ ਇਕਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਕਿਸ ਵਜ੍ਹਾ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ? ਹੁਣ ਤਾਂ ਤੈਨੂੰ ਗੁੱਸਾ ਆ ਗਿਆ ਸੀ। ਗੁੱਸਾ ਵੀ ਕਿਸੇ ਗੱਲ ਤੋਂ ਆਉਂਦਾ। ਕਿਹੜੀ ਐਸੀ ਗੱਲ ਸੀ ਜਿੰਦੀ ਵਜ੍ਹਾ ਤੈਨੂੰ ਗੁੱਸਾ ਆਇਆ? ਉਹਦੇ ਵਿੱਚ ਗੁੱਸਾ ਆ ਗਿਆ ਸੀ। ਕਿਹੜੀ ਗੱਲ ਤੋਂ ਗੁੱਸਾ? ਗੁੱਸਾ ਕਿਸੇ ਗੱਲ ਤੋਂ ਆਉਂਦਾ ਹੈ? ਕਿਸੇ ਨੇ ਤੈਨੂੰ ਮਾਰਿਆ ਹੈ ਜਾਂ ਬੱਚੀ ਨੇ ਤੈਨੂੰ ਮਾਰਿਆ ਹੈ? ਬੱਚੀ ਨੇ ਤੈਨੂੰ ਕੁਝ ਕਿਹਾ ਹੈ? ਬੱਚੀ ਤੇ ਤੇਰਾ ਕਾਹਦਾ ਗੁੱਸਾ? ਦੱਸੋ ਨਾ, ਉਹ ਬੱਚੀ ਤੇ ਤੈਨੂੰ ਕਿਸ ਵਜ੍ਹਾ ਤੋਂ ਗੁੱਸਾ ਆਇਆ ਸੀ? ਉਹ ਗੱਲ ਸਾਨੂੰ ਦੱਸੋ। ਬਸ ਐਵੇਂ ਜਿਹਾ ਆ ਗਿਆ ਸੀ। ਐਵੇਂ ਹੀ ਆ ਗਿਆ ਸੀ? ਐਵੇਂ ਗੁੱਸਾ ਸਾਨੂੰ ਤਾਂ ਨਹੀਂ ਆਉਂਦਾ ਪਿਆ।
ਗੁੱਸਾ ਕਿਸੇ ਗੱਲ ਤੋਂ ਆਉਂਦਾ ਹੈ। ਉਹ ਬੱਚੀ ਤੇ ਕਿਹੜੀ ਐਸੀ ਗੱਲ ਸੀ ਉਹ ਤੇਰੇ ਕੋਲ ਪੁੱਛਣੇ ਪਿਆ ਕਿ ਉਹ ਬੱਚੀ ਨੂੰ ਹੀ ਤੂੰ ਕਿਉਂ ਮਾਰਿਆ? ਤੇਰੀ ਇੱਕ ਵੱਡੀ ਬੱਚੀ ਵੀ ਉਹਦੇ ਤੋਂ, ਇੱਕ ਉਹਦੇ ਤੋਂ ਛੋਟੀ ਵੀ ਹੈ, ਉਹਨਾਂ ਨੂੰ ਕਿਉਂ ਨਹੀਂ ਮਾਰਿਆ? ਕਿਹੜੀ ਵਜ੍ਹਾ ਤੋਂ ਮਾਰਿਆ? ਇੱਕ ਵੱਡੀ ਬੱਚੀ ਵੀ ਇੱਕ ਛੋਟੀ ਵੀ ਹੈ। बस एवं जी गुस्सा आ गया था। ਐਵੇਂ ਗੁੱਸਾ, ਫਿਰ ਐਵੇਂ ਗੁੱਸਾ ਕਿਸੇ ਗੱਲ ਤੋਂ ਆਉਂਦਾ ਹੈ, ਤੈਨੂੰ ਪੁੱਛਣੇ ਪਿਆ ਕਿਹੜੀ ਐਸੀ ਗੱਲ ਸੀ? ਉਹਨੇ ਤੇਰੇ ਮੀਆਂ ਨੂੰ ਕੋਈ ਤੇਰੀ ਸ਼ਿਕਾਇਤ ਲਾਈ ਸੀ ਜਾਂ ਕਿਸੇ ਨੂੰ ਕੋਈ ਤੰਗ ਕੀਤਾ ਸੀ, ਕਿਸੇ ਨੂੰ ਮਾਰਿਆ ਸੀ? बस मारा थे ना। ਉਹਨੇ ਮਾਰਿਆ ਸੀ? 3 ਸਾਲਾ ਬੱਚੀ ਨੇ ਤੈਨੂੰ ਮਾਰਿਆ ਸੀ? नहीं मियाँ मेरे ने। ਮੀਆਂ ਤੇਰੇ ਨੇ ਮਾਰਿਆ ਸੀ? ਮੀਆਂ ਤੇਰੇ ਨੇ ਤੈਨੂੰ ਮਾਰਿਆ ਸੀ ਨਾ? ਮੀਆਂ ਤੋਂ ਮਾਰਨ ਦਾ ਮਤਲਬ ਹੈ ਕਿ ਅਗਰ ਤੇਰੀ ਉਹਦੇ ਨਾਲ ਨਹੀਂ ਬਣਦੀ, ਤੂੰ ਅਲੈਦਗੀ ਵੀ ਇਖਤਿਆਰ ਕਰ ਸਕਣੀ ਸੀ, ਤੂੰ ਖੁੱਲਾ ਲੈ ਸਕਣੀ ਹੈ। ਤੂੰ ਉਹਨੂੰ ਬੱਚੀ ਨੂੰ ਕਿਉਂ ਮਾਰਿਆ? ਮੈਂ ਤੈਨੂੰ ਜਿਹੜੀ ਗੱਲ ਪੁੱਛਣਾ ਪਿਆ ਉਹ ਸਾਨੂੰ ਦੱਸ ਕਿ ਇੱਕ ਤੇਰੀ ਉਹਦੇ ਤੋਂ ਵੱਡੀ ਬੱਚੀ ਹੈ, ਵੱਡੀ ਵੀ ਹੈ ਨਾ? हाँ जी। ਉਹਦੀ ਕਿੰਨੀ ਉਮਰ ਹੈ? उनती ये 4 साल। ਉਹਦਾ ਕੀ ਨਾਮ? मैं बश ਮਹਿਵਿਸ਼। ਤੇ ਜਿਹੜੀ ਸਭ ਤੋਂ ਛੋਟੀ ਉਹਦਾ ਕੀ ਨਾਮ? दुआ फातिमा। ਉਹਦੀ ਕਿੰਨੀ ਉਮਰ ਹੈ? ਉਹ ਹੈਗੀ 7 ਮਹੀਨਿਆਂ ਦੀ। ਦੁਆ ਫਾਤਮਾ 7 ਮਹੀਨਿਆਂ ਦੀ, ਮਹਿਵਿਸ਼ ਤਕਰੀਬਨ 4 ਸਾਲਾਂ ਦੀ। ਉਹਨਾਂ ਨੂੰ ਕਿਉਂ ਨਹੀਂ ਤੂੰ ਮਾਰਿਆ? ਤੈਨੂੰ ਗੁੱਸਾ ਆਇਆ ਸੀ, ਤੂੰ ਤਿੰਨਾਂ ਬੱਚਿਆਂ ਨੂੰ ਹੀ ਮਾਰਦੀ ਨਾ ਜਾਂ ਤਾਂ। ਦੱਸੋ ਨਾ, ਉਹਦੇ ਤੇ ਕਿਹੜੀ ਗੱਲ ਸੀ? ਤੈਨੂੰ ਮੀਆਂ ਨੇ ਮਾਰਿਆ ਸੀ, ਬਸ ਇਸੇ ਵਜ੍ਹਾ ਤੋਂ ਤੂੰ ਉਹਨੂੰ ਮਾਰਦਾ? ਹਾਂਜੀ। ਤੇ ਜਦੋਂ 6 ਮਾਹ ਪਹਿਲੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਦੋਂ ਕੀ ਵਜ੍ਹਾ ਸੀ? ਉਦੋਂ ਬਸ ਐਵੇਂ ਜੀ ਗੁੱਸਾ ਆ ਗਿਆ ਸੀ। ਉਦੋਂ ਹੀ ਮੇਰਾ ਮੀਆਂ ਮੇਰੇ ਲੜਦਾ ਸੀ। ਸ਼ਰਮ ਆਉਂਦੀ? ਹਾਂਜੀ। ਜਿਹੜੀ ਪਿੱਛੇ ਤੇਰੇ 2 ਬੱਚੀਆਂ ਨੇ, ਉਹਨਾਂ ਦੇ ਬਾਰੇ ਸੋਚਿਆ? ਤਲਾਕ ਹੈ ਨਾ ਹੱਲ? ਜਦੋਂ ਮੀਆਂ ਬੀਵੀ ਦੀ ਨਾ ਬਣਦੀ ਹੋਵੇ, ਤੁਸੀਂ ਖੁੱਲਾ ਲੈ ਸਕਦੇ ਅੱਜ, ਹੱਕ ਹੈ ਨਾ? ਅਲੈਦਗੀ ਇਖਤਿਆਰ ਕਰ ਲੈ, ਉਹਦੇ ਨਾਲੋਂ ਅਲੈਦਾ ਹੋ ਜਾ। ਤੂੰ ਬੱਚੀ ਨੂੰ ਮਾਰਨ ਦਾ ਕੀ ਮਕਸਦ ਸੀ? ਬੋਲੋ ਨਾ, ਬੱਚੀ ਨੂੰ ਮਾਰਨ ਦਾ ਕੀ ਮਕਸਦ ਕੀ ਸੀ ਤੇਰਾ? ਕਿਸੇ ਨੇ ਤੈਨੂੰ ਕਿਹਾ ਸੀ? ਨਹੀਂ ਜੀ। ਇਹ ਪਲਾਨ ਕਿੰਨੀ ਦੇਰ ਤੋਂ ਤੂੰ ਕੀਤਾ ਸੀ ਕਿ ਤੂੰ ਇਹਨੂੰ ਇਕਰਾ ਨੂੰ ਹੀ ਮਾਰਨਾ ਹੈ? ਕਿੰਨੀ ਦੇਰ ਤੋਂ ਇਹਦੇ ਬਾਰੇ ਸੋਚਣੀ ਪਈ ਸੀ? ਬਸ ਕਿਸੇ ਬਾਰ ਨਹੀਂ। ਇਹ ਪਹਿਲੇ ਆਪਣੇ ਨਨਿਆਲ ਤੇ ਸੀ ਨਾ, ਆਪਦੇ ਨਾਨਕਿਆਂ ਤੇ ਰਹਿੰਦੀ ਪਈ ਸੀ ਨਾ, ਉੱਥੋਂ ਤੂੰ ਉਸੇ ਦਿਨ ਹੀ ਲੈ ਕੇ ਆਈ ਇਹਨੂੰ। ਆਖਿਰ ਤੂੰ ਪਲਾਨ ਕੀਤਾ ਸੀ ਨਾ ਇਹਨੂੰ ਮਾਰਨ ਵਾਸਤੇ, ਇਹਨੂੰ ਕਿਉਂ ਉੱਥੋਂ ਲੈ ਕੇ ਆਈ ਸੀ? ਬੋਲ ਨਾ, ਸਹੀ ਸਹੀ ਗੱਲ ਕਰ ਰਹੇ, ਉੱਥੋਂ ਉਹਨੂੰ ਕਿਉਂ ਲੈ ਕੇ ਆਈ ਸੀ? ਸਰ ਜੋ ਮੈਂ ਇੱਥੇ ਰਹਿੰਦੀ ਹੁੰਦੀ ਸੀ ਮੇਰੇ ਸਹੁਰਿਆਂ ਤੇ। ਇੱਥੇ ਤੇਰੇ ਕੋਲ ਹੀ ਰਹਿੰਦੀ ਸੀ? ਆਪਣੇ ਨਾਨਕਿਆਂ ਤੇ ਨਹੀਂ ਸੀ ਰਹਿੰਦੀ? ਉਹਨੂੰ ਸਹੁਰਿਆਂ ਤੇ ਤੇਰੇ ਰਹਿੰਦੇ ਸੀ, ਉਹਨੂੰ ਤੂੰ ਲੈ ਕੇ ਆਪਣੇ ਘਰ ਉਸੇ ਦਿਨ ਹੀ ਆਈ ਨਾ ਜੈਸੇ ਉਹਨੂੰ ਮਾਰੇ? ਹਾਂਜੀ। ਨਹੀਂ ਅੱਗੇ ਪਿੱਛੇ ਮੇਰੇ ਕੋਲ ਰਹਿੰਦੀ ਸੀ, ਕਦੇ ਉੱਧਰ ਚਲੀ ਜਾਂਦੀ ਸੀ। ਨਹੀਂ, ਉਹਨੂੰ ਜਦੋਂ ਤੂੰ ਲੈ ਕੇ ਆਈ ਹੈ ਉਹਨੂੰ ਮਾਰਨ ਵਾਸਤੇ ਲਿਆਂਦਾ ਸੀ ਨਾ? ਨੀਅਤ ਤਾਂ ਤੇਰੀ ਇਹੋ ਹੀ ਸੀ ਨਾ ਕਿ ਇਹਨੂੰ ਮੈਂ ਮਾਰ ਦਾਂਗੀ। ਹਾਂਜੀ। ਹੂੰ? ਹਾਂਜੀ। ਕੀ ਪਲਾਨ ਕੀਤਾ ਸੀ? ਕਿਵੇਂ ਸੋਚਿਆ ਸੀ? ਇਹ ਸਾਰੀ ਤੈਨੂੰ ਸੋਚ ਕਿਵੇਂ ਆਈ ਕਿ ਕਿਸੇ ਨੇ ਤੈਨੂੰ ਕਿਹਾ ਸੀ ਕਿ ਇਹਨੂੰ ਮਾਰਨਾ ਹੈ? ਕਿਸੇ ਨੇ ਤੈਨੂੰ ਮਸ਼ਵਰਾ ਦਿੱਤਾ ਸੀ ਕਿ ਇਹਨੂੰ ਮਾਰ ਦੇ? ਨਹੀਂ ਚਾਹੀਦੀ ਕੀ ਕਿਸੇ ਕਿਸੇ ਤੇਰੀ ਵਾਲਦਾ ਨੇ ਮਸ਼ਵਰਾ ਦਿੱਤਾ ਸੀ? ਤੇਰੇ ਵਾਲਦ ਨੇ, ਤੇਰੀ ਭੈਣਾਂ ਨੇ, ਭਾਈ ਨੇ, ਕਿਹਨੇ ਮਸ਼ਵਰਾ ਦਿੱਤਾ ਸੀ? ਕਿਸੇ ਵੀ ਨਹੀਂ। ਕਿਸੇ ਨੇ ਵੀ ਨਹੀਂ? ਤੇ ਫਿਰ ਤੂੰ ਕੱਲੀ ਨੇ ਕਿਵੇਂ ਸੋਚਿਆ? ਬਸ ਉੱਚੀ ਬੋਲੋ ਨਾ, ਉੱਚੀ ਬੋਲੋ। ਜਦੋਂ ਤੂੰ ਬੱਚੀ ਨੂੰ ਮਾਰਿਆ ਉਦੋਂ ਤੈਨੂੰ ਤਰਸ ਨਹੀਂ ਆਇਆ? ਹੁਣ ਤੂੰ ਐਂ ਬੋਲਣੀ ਪਈ ਹੈ ਜਿਵੇਂ ਤੂੰ ਕੁਝ ਕੀਤਾ ਹੀ ਨਹੀਂ ਦਾ। ਇੱਕ ਨੰਨੀ 3 ਸਾਲਾ ਜਿਹੜੀ ਬੱਚੀ ਹੈ, ਮਾਸੂਮ ਬੱਚੀ ਹੈ, ਫੁੱਲ ਭਰ ਸੀ, ਤੂੰ ਉਹਦੀ ਜਾਨ ਲੈ ਲਈ, ਹੁਣ ਤੂੰ ਐਂ ਖੜੀ ਹੈ। ਉਹਨੂੰ ਲੈ ਕੇ ਕਿਸ ਟਾਈਮ ਗਈ ਹੈ? ਕਿਵੇਂ ਤੈਨੂੰ ਖਿਆਲ ਆਇਆ ਕਿ ਮੈਂ ਇਹਨੂੰ ਹੋਟਲ ਜਾ ਕੇ ਸੁੱਟ ਦਾਂਦੀ? ਰਾਤ ਸੀ ਜੀ। ਰਾਤ ਕਿੰਨੇ ਵਜੇ? ਰਾਤ ਨੂੰ ਬਾਂਗਾ ਦਾ ਮਾੜਾ ਹੀ ਪਹਿਲੇ ਹੋਈ। ਉਸ ਟਾਈਮ ਲੈ ਕੇ ਗਈ? ਹਾਂਜੀ। ਨਾਲ ਤੇਰੇ ਕੌਣ ਸੀ? ਕੋਈ ਵੀ ਨਹੀਂ। ਕੱਲੀ ਉਹਨੂੰ ਤੂੰ ਲੈ ਗਈ ਸੀ ਰਾਤ? ਤੈਨੂੰ ਡਰ ਨਹੀਂ ਲੱਗਾ ਬਾਹਰ ਉਸ ਟਾਈਮ ਜਾਂਦੇ ਹੋਏ? ਨਹੀਂ ਜਿੱਥੇ ਨੇੜੇ ਹੀ ਘਰ ਸੀ ਮੇਰੇ ਘਰਾਂ ਕੋਲ, ਨੇੜੇ ਹੀ ਖਾਡਾ। ਨੇੜੇ ਜੇ ਖਾਡਾ ਸੀ ਉੱਥੇ ਤੂੰ ਲੈ ਗਈ ਸੀ ਉਹਨੂੰ? ਸੀ। ਫਿਰ ਫਿਰ ਮੈਂ ਘਰ ਆ ਗਈ ਸੀ। ਖਾਡਾ ਹੀ ਅਸੀਂ ਲੈ ਗਈ, ਉਹਨੂੰ ਮਾਰਿਆ ਕਿਵੇਂ ਆ? ਵਹੀ ਸੁੱਟਿਆ ਸੀ ਜੀ। ਵਿੱਚ ਸੁੱਟਿਆ ਸੀ? ਉਹ ਰੋਈ ਨਹੀਂ? रोई थी। ਕੀ ਕਹਿੰਦੀ ਸੀ? रोई थी। ਕੀ ਕਹਿੰਦੀ ਕੀ ਸੀ ਜਦੋਂ ਰੋਈ? कुछ भी नहीं। ਉਹਨੇ ਕਿਹਾ ਨਹੀਂ ਅੰਮੀ? नहीं ਉਹਨੇ ਕਿਹਾ ਨਹੀਂ ਅੰਮੀ ਮੈਨੂੰ ਬਚਾ ਲੈ? नहीं बात रोई थी, छोटी जगह थी। ਨਹੀਂ, ਉਹਨੇ ਜਦੋਂ ਰੋਈ ਸੀ, ਜਦੋਂ ਬੱਚੇ ਰੋਂਦੇ ਨੇ ਉਹ ਆਪਣੀ ਮਾਂ ਨੂੰ ਹੀ ਆਵਾਜ਼ ਦਿੰਦੇ ਨੇ ਨਾ। हाँ जी। ਤੂੰ ਜਦੋਂ ਛੋਟੀ ਸੈਂ ਤੈਨੂੰ ਕੁਝ ਹੁੰਦਾ ਸੀ, ਰੋਣੀ ਸੀ, ਆਪਣੀ ਮਾਂ ਨੂੰ ਹੀ ਆਵਾਜ਼ ਦੇਣੀ ਸੀ ਨਾ। हाँ जी। ਉਹਨੇ ਨਹੀਂ ਤੈਨੂੰ ਆਵਾਜ਼ ਦਿੱਤੀ? हाँ जी।
ਉੱਚੀ ਬੋਲਣਾ, ਉਹਨੇ ਤੈਨੂੰ ਆਵਾਜ਼ ਨਹੀਂ ਦਿੱਤੀ? ਹਾਂਜੀ ਸੁਣੀ ਨਹੀਂ ਹੁੰਦੀ? ਸੁਣੀ ਸੀ ਕੀ ਕਹਿੰਦੀ ਸੀ? ਰੋਤੀ ਸੀ ਬਸ ਉਹਨੂੰ ਜਦੋਂ ਤੂੰ ਖਾਡੇ 'ਚ ਸੁੱਟਿਆ, ਕਿੰਨਾ ਪਾਣੀ ਸੀ ਉਹਦੇ 'ਚ? ਇੰਨਾ ਨਾ ਪਾਣੀ ਤੇ ਤੇ ਉਹ ਬੱਚੀ ਕਿੱਡੀ ਕੁ ਸੀ? ਹੈਗੀ 4 ਸਾਲਾਂ ਦੀ ਕਿੰਨਾ ਕੁ ਸਾਲਾਂ ਦੀ ਉਹ ਬੱਚੀ? ਐਡੀ ਕੁ ਸੀ? ਇੱਡੀ ਗਈ ਸੀ ਉਹ ਜਦੋਂ ਪਾਣੀ 'ਚੋਂ ਡਿੱਗੀ ਹੈ, ਉਹਨੂੰ ਗੋਤੇ ਆਏ ਨੇ, ਹਾਂਜੀ ਤੂੰ ਮਾਂ ਹੈ ਨਾ, ਹਾਂਜੀ ਤੈਨੂੰ ਤਰਸ ਨਹੀਂ ਆਇਆ? ਤੇਰੀ ਮਮਤਾ ਨੂੰ ਕੁਝ ਵੀ ਨਹੀਂ ਹੋਇਆ? ਬੋਲ ਨਾ, ਤੇਰੀ ਮਮਤਾ ਨੂੰ ਜ਼ਰਾ ਜਿੰਨਾ ਨਹੀਂ ਖਿਆਲ ਆਇਆ ਤੈਨੂੰ ਕਿ ਤੂੰ ਉਹੀ ਬੱਚੀ ਜਿਹਨੂੰ ਤੂੰ 9 ਮਾਹ ਆਪਣੇ ਬਤਨ 'ਚ ਰੱਖਿਆ, ਆਪਣੇ ਪੇਟ 'ਚ ਰੱਖਿਆ, ਆਪਣਾ ਖਾਣਾ ਜਿਹੜਾ ਖਾਣੀ ਸੀ ਉਹਨੂੰ ਲੱਗਦਾ ਸੀ, ਤੇ ਜਦੋਂ ਤੂੰ ਉਹਨੂੰ ਪਾਲਿਆ, ਸਾਰਾ ਕੁਝ ਕੀਤਾ, ਉਸ ਟਾਈਮ ਤੈਨੂੰ ਜ਼ਰਾ ਜਿੰਨਾ ਅਹਿਸਾਸ ਨਹੀਂ ਆਇਆ? ਜਵਾਬ ਦੇ ਨਾ ਸਾਡੀ ਗੱਲ ਦਾ। ਹਾਂਜੀ ਸਰ ਕੀ ਹਾਂਜੀ? ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਸੁੱਟ ਕੇ ਆਈ, ਫਿਰ ਕੀ ਕੀਤਾ ਤੂੰ ਆ ਕੇ? ਫਿਰ ਮੈਂ ਘਰ ਆ ਗਈ ਥੀ ਘਰ ਆ ਕੇ ਕੀ ਕੀਤਾ ਫਿਰ? ਕੁਛ ਵੀ ਨਹੀਂ ਸੀ ਤੇਰਾ ਜਦੋਂ ਮੀਆਂ ਆਇਆ ਹੈ, ਤੇਰਾ ਮੀਆਂ ਕਿਸ ਟਾਈਮ ਘਰ ਆਇਆ? ਬਸ ਕੇ ਵੇਲੇ ਆ ਗਿਆ ਸੀ ਸਾਰਾ ਦਿਨ ਤੂੰ ਆਰਾਮ ਨਾਲ ਲੱਗੀ ਫਿਰੀ? ਹਾਂਜੀ ਇੱਕ ਵਾਰੀ ਵੀ ਨਹੀਂ ਤੈਨੂੰ ਖਿਆਲ ਆਇਆ ਕਿ ਮੈਂ ਜਾ ਕੇ ਆਪਣੀ ਬੇਟੀ ਨੂੰ ਮਿਲਾਂ? ਹਾਂ, ਜਾਇਆ ਥੀ ਗਈ ਸਾਂ ਵੇਖਣ ਉਹਨੂੰ? ਜਦੋਂ ਉਹਨੂੰ ਸੁੱਟ ਕੇ ਆਈ, ਉਹ ਫੌਤ ਹੋ ਗਈ, ਉਹਨੂੰ ਦੁਬਾਰਾ ਵੇਖਣ ਨਹੀਂ ਗਈ ਤੂੰ? ਨਹੀਂ ਜੀ ਸ਼ਾਮ ਤੱਕ ਜਦੋਂ ਇਸ ਟਾਈਮ ਤੇਰਾ ਮੀਆਂ ਆਇਆ ਹੈ, ਤਕਰੀਬਨ ਸੈਕੰਡ ਟਾਈਮ, ਉਸ ਟਾਈਮ ਤੱਕ ਤੂੰ ਕੀ ਕਰਦੀ ਰਹੀ ਹੈ? ਤੇਰੇ ਫਿਰ ਘਰ ਆ ਕੇ ਕਿਸੇ ਨੇ ਪੁੱਛਿਆ ਨਹੀਂ, ਤੇਰੇ ਕਿਸੇ ਰਿਸ਼ਤੇਦਾਰ ਨੇ, ਕਿ ਇਕਰਾ ਕਿੱਥੇ ਆ? ਪੁੱਛਿਆ ਸੀ ਸਾਰਿਆਂ ਨੇ ਕੀ ਕਿਹਾ ਸੀ ਤੂੰ? ਮੈਂ ਕਿਹਾ ਮੈਂ ਮਾਰ ਦਿੱਤਾ ਖਾਡੇ ਛੋਟੇ ਤੇ ਝੂਠ ਬੋਲਨੇ ਪਈ? ਝੂਠ ਬੋਲੀ ਜਾਨੀ ਨਾ ਫਿਰ? ਤੂੰ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਰਾਤੀ ਚੋਰ ਆਏ ਸੀ? ਇਵੇਂ ਮੈਂ ਕਿਹਾ ਥੀ ਫਿਰ ਜਿਹੜੀ ਗੱਲ ਕੀਤੀ ਉਹ ਗੱਲ ਕਰ, ਜੋ ਜੋ ਉਹਨਾਂ ਨੂੰ ਕਿਹਾ ਸੀ। ਹਾਂਜੀ ਐਵੇਂ ਕਿਹਾ ਸੀ ਕਿਵੇਂ ਕਿਹਾ ਸੀ, ਦੱਸ ਨਾ। ਕਿਹਾ ਥੀ ਚੋਰ ਆਏ ਥੇ ਫਿਰ ਵੀ ਉਹਨਾਂ ਨੇ ਮਾਰਿਆ ਥਾ ਫਿਰ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਵੀ ਤੂੰ ਹੀ ਮਾਰਿਆ ਫਿਰ ਤੂੰ ਉੱਥੋਂ ਭੱਜੀ ਨਹੀਂ? ਨਹੀਂ ਉਹਦੇ ਘਰੇ ਥੇ ਫਿਰ ਉਸ ਤੋਂ ਬਾਅਦ ਪੁਲਿਸ ਤੈਨੂੰ ਐਵੇਂ ਇੱਥੇ ਕਿਦੋਂ ਲੈ ਕੇ ਆਈ? ਸੁਬਹ 7 ਵਜੇ ਪੁਲਿਸ ਤੈਨੂੰ ਸਵੇਰ ਸਵੇਰ ਹੀ ਲੈ ਆਈ ਸੀ? ਹਾਂਜੀ ਅਗਲੇ ਦਿਨ ਸਵੇਰ ਲੈ ਕੇ ਆਈ ਹੈ, ਜਦੋਂ ਮਤਲਬ ਬੱਚੀ ਨੂੰ ਤੁਸੀਂ ਫੜ ਲਿਆ, ਦਫਨਾ ਦਿੱਤਾ, ਕਿ ਉਸੇ ਦਿਨ ਹੀ ਲੈ ਆਈ ਸੀ? ਨਹੀਂ ਉਸ ਦਿਨ ਬੱਚੀ ਦਾ ਚਿਹਰਾ ਵੇਖਿਆ? ਆਖਰੀ ਵਾਰੀ ਮੂੰਹ ਵੇਖਿਆ ਬੱਚੀ ਦਾ? ਹਾਂਜੀ ਘਰੇ ਵੇਖਿਆ ਸੀ ਉਹਨੂੰ, ਤੇਰੀ ਬੱਚੀ ਨੂੰ, ਉਹ ਤੋਂ ਖਾਡੇ ਚੋਂ ਬਾਅਦ ਚ ਕੌਣ ਲੈ ਕੇ ਆਇਆ ਸੀ ਘਰ? ਅਸੀਂ ਆਪ ਲੈ ਕੇ ਆਏ ਥੇ ਨਾਲ ਗਈ ਸੈਂ? नहीं मेरे देवर मेरा ला के आया तू नहीं सा नाल गई? नहीं क्यों? नाजरीन, ये वो सफाक मुलजमा है, मुझे तो इसे माँ कहते हुए भी जो है ना वो घिन आ रही है कि जिसने अपने ही पेट में 9 माह रखने के बाद उस नन्ही मासूम 3 साल इकरा को बेदर्दी के साथ कत्ल कर दिया, और कत्ल करके इतनी लर्जा खेज जो इसने वारदात की है, उसके बाद ये कहती है कि हमारे घर में चोर आ गए थे, चोर आए हैं, वो बच्ची को उठा के लेके गए। चोरों का बच्ची से क्या वास्ता? अब आपने सारी कहानी इस मुलजमा की ज़बानी भी सुनी है। हम एसएचओ साहब से भी बात करेंगे, उनसे भी जानेंगे कि उन्होंने इस सफाक कातला को, इस सफाक मुलजमा को कैसे पहचाना, कैसे ट्रेस आउट करके इस मुलजमा को कानून के जी नाज़रीन, मेरे साथ इस वक्त एसएचओ थाना कंगनपुर आबिद महमूद छीना साहब भी मौजूद हैं। इनसे जानते हैं कि ये जो 704/22 मुकदमा दर्ज हुआ था, जिसमें माँ ने अपनी ही 3 साल कमसिन बच्ची को बेदर्दी के साथ कत्ल कर दिया, और इन्होंने इंतहाई ही कलील मुद्दत में उस मुलजमा को विद अ फ्यू हार्स जो है वो इन्होंने उसे गिरफ्तार किया है। इन्होंने कैसे गिरफ्तार किया, ये सारी बातें हम एसएचओ साहब से जानेंगे। अस्सलाम वालेकुम सर। वालेकुम अस्सलाम जी। सर, ये बताइएगा कि आपने इंतहाई कलील वक़्त में ये कैसे ट्रेस आउट कर लिया कि उसकी माँ ही जो वो मकतूला की कातला है? ये बड़ा जो है अनफॉर्चुनेट इंसिडेंट जो है 5 और 6 नवंबर की रात जो है वो इलाका थाना कंगनपुर का एक गांव है कलस कलां, वहाँ पे ये रूनुमा हुआ है। बड़ा ही दिल दहला देने वाला इंसिडेंट है। बड़ी तकलीफ दह सिचुएशन थी। हमें जो है सुबह तकरीबन 6 बजे ये इतला मिली कि गांव जो है उसके स्विमिंग पूल में बेसिकली जो ट्यूबवेल का जौहड़ होता है
اس کے اندر ایک جو ہے کم سن بچی جو اس کی نعش پڑی ہوئی ہے. فوری طور پہ ہم نے رسپونڈ کیا، وہاں پہنچے، وہاں پہنچ کے پتہ چلا کہ یہ بچی جو ہے یہ سائمہ نامی جو خاتون ہے اس کی بیٹی ہے. یہ سائمہ نامی جو خاتون ہے اس کی 3 بیٹیاں ہیں، ایک کی عمر کوئی 6-7 سال ہے، یہ درمیان والی اس کی عمر تقریباً 3 سال تھی، اور چھوٹی بچی جو ہے وہ 8-9 ماہ کی ہے. اس کا جو شوہر ہے وہ زمینوں میں مزدوری وغیرہ کرتا ہے، وہ رات 8-9 بجے 10 بجے مزدوری کے لیے چلا گیا، تو گھر میں یہ اکیلی تھی اور 7 بچیاں تھیں. تو اس خاتون نے صبح اٹھ کے کوئی 5-6 بجے جو ہے وہ گاؤں میں شور کر دیا کہ میری بچی کو جو ہے وہ رات چور آئے تھے اور چور لے گئے. تو اس طرح کی اطلاع پا کے میں پھر جب ادھر فوری طور پہ ہم نے رسپونڈ کیا، ہم گاؤں پہنچے تو پتہ چلا کہ اس بچی کی جو نعش ہے وہ ٹیوب ویل والے تالاب میں پڑی تھی. تو وہاں سے بچی کو جو ہے وہ ریکور کیا اور پھر آگے جو انویسٹیگیشن جو پروسیجر ہے وہ سارا شروع کیا. بڑا ٹپیکل اور بڑی ڈیفیکلٹ سچویشن تھی، بڑی تکلیف دہ بھی تھی کہ معصوم بچی اور اس کی ڈیتھ ہو گئی ہے پانی میں ڈوب کے. اور جب خاتون سے انٹروگیشن کا آغاز کیا تو خاتون نے کہا جی کہ رات چور آئے تھے اور انہوں نے مجھے کہا کہ اپنی بچی دے دو اور وہ بچی کو لے گئے. تو جب یہ سوال کیا کہ اور آپ کے گھر سے کوئی چیز نہیں لے کے گئے، بالکل غریب خاتون ہے، کوئی گھر میں خاص چیزیں تھیں نہیں، کہتی نہیں اور کوئی چیز نہیں لے کے گئے تھے، صرف وہ میری بچی کو لے گئے. وہاں سے مجھے تھوڑا سا ڈاؤٹ ہوا کہ اس میں دیر از سم تھنگ رانگ ان دا باٹم، کچھ نہ کچھ معاملہ ہے اس میں خراب. دوسرا جو خاتون کی باڈی لینگویج ہے وہ بالکل بھی اس کے ورژن کو سپورٹ نہیں کر رہی تھی. جیسے جو ہے انفارچونیٹلی اگر کسی خاتون کی بچے کی ڈیتھ ہو تو اس کو تو بڑے صدمے میں ہونا چاہیے. مطلب وہ بالکل حواس باختہ ہوئی تھی. یس، وہ حواس باختہ نہیں تھی، وہ بالکل فریش تھی اور کنفیوژن اس کو تھی، لیکن اس کو وہ صدمے کی حالت میں نہیں تھی. پھر اس کو پوچھا کہ چور کچھ اور چیز کیوں نہیں لے کے گئے، چور کبھی بچے کو تو نہیں لے کے جاتے. تو پھر اس نے کہا نہیں مجھے یاد آیا، وہ نا بچے اٹھانے والا گینگ تھا، چھرا مار گینگ. اس نے خاتون نے کہا چھرا مار گینگ تھا، وہ میرے بچے کو اٹھا کے لے گئے. تو اس طرح سے پھر مزید جب انٹروگیشن جاری رکھی اور جو خاتون کی باڈی لینگویج جو ہے اور اس کی جو ٹائمنگز ہیں چیزوں کی اور ساری چیزیں سپورٹ نہیں کر رہی تھی، اس دوران ہی یہ انکشاف ہوا کہ یہ بچی جو ہے یہ اس کو جو ہے اکثر اس کی ماں جو ہے یہ جو ملزمہ ہے یہ اس کی مار پٹائی کرتی رہتی تھی، اور اس حد تک جو ہے ایک خاص ایک سائیکولوجیکل کہہ لیں اسٹیٹ آف مائنڈ تھی اس کی کہ معصوم بچی اگر کسی برتن میں پانی پیتی تھی تو اس کی ماں جو ہے یہ ملزمہ جو ہے یہ اس برتن کو دیواروں کے ساتھ مارتی تھی، اور اگر یہ بچی جو ہے اگر کسی چارپائی پہ بیٹھتی تھی تو یہ خاتون جو ہے وہ اس چارپائی کو الٹا دیتی تھی. اس کی ان حرکتوں کی وجہ سے تنگ آ کے جو بچی کے ننیال والے ہیں مطلب اس کے نانا وغیرہ ہیں وہ اس بچی کو پچھلے 2 ماہ سے جو اپنے پاس لے کے گئے ہوئے تھے اور انہوں نے اس بچی کو اپنے گھر میں رکھا ہوا تھا. یہ گزشتہ شب جو ہے 5 اور 6 کی رات، جس رات کو یہ وقوع ہوا اسی شام کو یہ میاں بیوی منا کے تو لے کے آئے ہیں کہ اب بچی کو آپ ہمارے پاس رہنے دیں، تو اس کے ساتھ ہم کسی طرح کا جو ہے میں مس بیہیو نہیں کروں گی. اور انفارچونیٹلی وہی رات جس رات بچی 2 ماہ یا 2.25 ماہ بعد اس کے منانے کی وجہ سے اس کے گھر آئی، وہی رات جو ہے بچی کی انفارچونیٹلی آخری رات ثابت ہوئی. تو پھر جب یہ ساری جو انکشاف ہو گیا، سچویشن ساری واضح ہو گئی، تو پھر اس نے یہ ساری جو سٹوری ہے وہ بریک کی. اس نے بتایا کہ جب میرا میاں چلا گیا تو تقریباً 3 بجے جب پہلی اذان فجر کی ہوئی ہے، تہجد کی اذان، تو میں اس وقت اٹھی ہوں اور میں نے بچی کا پہلے گلا دبایا، اور گلا دبانے کے بعد یہ بچی کو اٹھا کے لے کے گئی اور اس نے سوئمنگ پول میں اس میں پھینک دیا. اور اس نے کہا کہ میں نے یہ کہا کہ یا تو میں کہوں گی کہ وہ چھرا مار گروپ بچی کو اٹھا کے لے گیا اور انہوں نے مار دیا میری بچی کو، اور اگر کسی کو ڈاؤٹ ہوا بھی تو میں کہوں گی کہ بچی کھیلنے گئی تھی تو وہ اس طرح سے. تو تقریباً صبح 4 بجے کے قریب جو ہے اس نے بچی کو وہاں پہ ڈبو کے تو مار دیا بچی کو. سر آپ نے اس ملزمہ کو جب آپ نے وہاں پہ انکشافات سنے کہ اس نے پہلے بھی اسے مارنے کی کوشش کی تھی، اسی وقت ہی گرفتار کر لیا تھا یا اس کے بعد آپ پھر اسے مزید انویسٹیگیشن کر کے لے کے آئے؟ جی، فردر انویسٹیگیشن جب ہم نے کی تو پھر چیزیں جو ہے وہ انکور ہوئیں کہ یہ پتہ چلا کہ تقریباً 6-7 ماہ پہلے بھی اس خاتون نے ایسی ہی ایک اٹیمپٹ کی، اور اٹس کوائٹ انٹرسٹنگ ٹو ایکسپلین ہیئر کہ اسی بچی کے ساتھ اس کا معاملہ رہتا تھا. یہ بھی ہم نے چیک کیا کہ یہ کوئی جو ہے وہ سوتیلی بیٹی تو نہیں ہے، یہ ماں اس کی سوتیلی تو نہیں ہے، لیکن بچی بھی اس کی اپنی سگی بیٹی ہے، اور باقی دونوں بچیوں کے ساتھ ایسا معاملہ نہیں ہوتا تھا. اب آئی ڈونٹ نو اب یہ کوئی ایک سائیکولوجیکل ریزن ہے اس میں، کوئی سائیکوسس پیشنٹ ہے یہ، یا اس کا کیا اسٹیٹ آف مائنڈ ہے، لیکن یہ
ایک طرح کی کہہ لیں کہ جس طرح سے اس بچی کے ساتھ یہ الرجک تھی. گاؤں کے لوگ بھی بتاتے ہیں کہ ہم نے جب بھی اس کو دیکھا اس بچی کی مار پٹائی ہی کرتے دیکھا, اور اس چیز کو یہ ورژن سپورٹ کرتا ہے کہ وہ بچی جو ہے اس کی مار پٹائی اور اس کی جو مس بیہیو کی وجہ سے, والدہ کے مس بیہیو کی وجہ سے اپنے ننیال میں رہتی تھی. تو یہ چیزیں جب کلیئر ہوئیں اور ساری چیزیں سپورٹ ہو گئی اور الٹیمیٹلی خاتون نے اپنے جو ہے وہ اقبال جرم بھی کر لیا, تو پھر اکارڈنگلی اس کو جو شامل تفتیش کی اور فردر جو یہ انویسٹیگیشن. بتائیے گا کہ یہ جو فیملی میٹر ہے, کیونکہ فیملی میٹرز میں موسٹلی ہوتا ہے کسی بھائی نے بھائی کو مرڈر کر دیا یا والد نے اپنے بیٹے کو مرڈر کر دیا بیٹے نے, اس میں موسٹلی دیکھنے میں یہی آتا ہے کہ فیملی ممبرز مل کے جو ہے نا وہ اس کیس کو سولو کر دیتے ہیں, صلح کروا دیتے ہیں. کیا اس میں بھی ایسا ہی ہوگا یا اسے یہ اس شفاق ملزمہ کو سزا دی جائے گی؟ جی, آپ کا یہ بڑا ویلڈ کویسچن ہے. جو ہمارا آن گوئنگ جو پروسیجر ہے, قانون ہے, اس میں تو یہی ہے قانونی اور شرعی طور پہ جو مدعی ہے وہ اس کے پاس اختیار ہے, وہ صلح کر سکتا ہے. لیکن یہ چونکہ ایک بڑا ہی دل دہلا دینے والا معاملہ ہے اور اس میں بڑی تکلیف دہ صورتحال تھی, اس میں پھر میں نے اسپیشلی جو ہے وہ اس طرح سے اس کو دیکھا ہے کہ امپلیمنٹیشن آف لا اس طرح سے ہو کہ یہ جو خاتون ہے اس نے اتنا شفاق جو ہے وہ جرم کیا ہے اور یہ کسی طرح سے جو ہے کہ سزا سے بچ نہ سکے. تو اس میں ہم نے 302 کے ساتھ ساتھ 311 سیکشن ایڈ کیا ہے, جس میں فساد فی الارض کی صورتحال ہوتی ہے کہ اس میں جو مدعی ہے, کمپلیننٹ ہے, اس کے پاس جو معافی کا اختیار ہے وہ نہیں رہتا. یہ 311 بھی سر پاکستان پینل کوڈ کے سیکشن کے تحت یہ مطلب اس میں ایڈ کیا ہے؟ جی یس, یہ 311 پی پی سی کا سیکشن ہے. اس میں کمپلیننٹ کے پاس جو ہے وہ صلح کا یا معافی کا اختیار نہیں ہوتا. الٹیمیٹلی اس میں کورٹ نے ڈیسائیڈ کرنا ہے. مطلب جو بھی کورٹ جورسڈکشن پاس کرتی ہے وہ کورٹ پہ ڈیپینڈ کرتا ہے, کورٹ اسے سزا دیتی ہے یا اسے بری کر دیتی ہے, یہ اس کے بعد فیصلہ آئے گا. یس, یہ کمپاؤنڈ ہے. اس میں جو ہے مدعی کا اختیار ختم ہو جائے گا. اس میں جو بھی ورڈکٹ آئے گا وہ کورٹ کا ہوگا, کورٹ کا ورڈکٹ آخری ورڈکٹ ہوگا. جی ناظرین, آپ نے ایس ایچ او عابد محمود چینا صاحب کی باتیں سنی. ان کا کہنا تھا کہ اس کیس کو ہم اسپیشلی طور پہ لے رہے ہیں کیونکہ اس میں ایک ننھی کلی کی ایک ننھی بچی کو جو ہے نا, ہوا کی بیٹی کو کسی اور نے نہیں بلکہ اپنے ہی بطن میں 9 ماہ رکھنے والی ماں نے بے دردی کے ساتھ قتل کر دیا ہے. اور انشاءاللہ اس کیس کو ہم بڑے اچھے طریقے سے ڈیل کر رہے ہیں. اور انہوں نے ایک بہت مزے کی بات کی کہ اس کیس میں جو مدعی ہے وہ صلح کے اہل نہیں ہے, مطلب وہ صلح نہیں کر سکے گا کیونکہ اس میں 311 پاکستان پینل کوڈ کے سیکشن کے تحت وہ 311 بھی دفعہ کو شامل کر دیا گیا ہے تاکہ اس میں صلح نہ ہو سکے اور اس ملزمہ کو کیفر کردار تک پہنچایا جا سکے. کیونکہ اس ملزمہ نے اعتراف جرم کر لیا ہے کہ اس نے ہی اپنی 3 سالہ ننھی اقرا کو بے دردی کے ساتھ قتل کیا. اسی کے ساتھ اپنے میزبان ملک خرم شہزاد کو اجازت دیجیے اور دیکھتے رہیے 42 HD TV. اللہ نے